हाँ बई की ना है तेरा? हाँ मैं सजाद। की करना है सजाद? मेरा सीलिंग का काम है जी। सीलिंग दा जी कित्थे करना है? ठीक मोड़। रहन वाला किधर दा? ठीक मोड़ थी मोड़ दा। शादीशुदा है? जी। किन्ने बच्चे? एक बेटी बेटी है? जी। की तनाज़ा सी अपने भनवैये ना तेरा? सर जुल्म ही बहुत करता ਸੀ मतलब कि शुरू ਤੋਂ ਕਿਦਾਂ ਦੀ ਇਹਦੀ ਸ਼ਾਦੀ ਕੀਤੀ ਹੈ ਨਾ ਅਸੀਂ 15 ਸਾਲ ਤਕਰੀਬਨ ਹੋ ਗਏ ਨੇ ਸ਼ਾਦੀ ਨੂੰ। ਉਦੋਂ ਤੋਂ ਸ਼ੁਰੂ ਤੋਂ ਇਹਨਾਂ मतलब ਕਿ ਜ਼ੁਲਮ ਕਰਦਾ ਰਿਹਾ ਸਾਡੀ ਭੈਣ ਤੇ ਵੀ ਦੂਸਰੀਆਂ ਭੈਣਾਂ मतलब ਕਿ ਕਿਸੇ ਨੂੰ ਆਪਸ ਵਿੱਚ ਇਹਨਾਂ ਨੇ ਮਿਲਣ ਨਹੀਂ ਦਿੱਤਾ। ਸਾਰੀਆਂ ਆਪਣੇ ਆਪਣੇ ਘਰ मतलब ਕਿ ਇਹਨੇ ਅਗਰ ਤੁਹਾਨੂੰ ਹੁਣ ਮੈਂ ਕੀ ਗੱਲਾਂ ਇਹਦੀਆਂ ਦੱਸਾਂ ਕਿ ਕੀ ਨਾ ਦੱਸਾਂ। ਇੰਨਾ ਕੁ ਜਨਾਈ ਬੰਦਾ ਸੀ ਤੇ ਕਿ ਤੁਸੀਂ ਉਹਨੂੰ मतलब ਕਿ ਜਨਾਜ਼ੇ ਨਾਲ ਆਉਂਦੇ ਤੇ ਉਹਦੀ ਸ਼ਕਲ ਤੁਸੀਂ ਵੇਖ ਲੈਂਦੇ, ਤੁਸੀਂ ਖੁਦ ਦੱਸਦੇ ਵੀ ਕਿਹੜਾ ਬੰਦਾ ਜਨਾਈ ਹੋਵੇ ਉਹਦੀ ਸ਼ਕਲ ਤੇ ਰੂਪ ਹੁੰਦਾ ਹੈ ਕਿ ਨਹੀਂ ਹੁੰਦਾ। ਕਦੋਂ ਕੀਤੀ ਸੀ ਭੈਣ ਦੀ ਸ਼ਾਦੀ ਇਹਦੇ ਨਾਲ? ਸਾਡੇ ਤਕਰੀਬਨ 15 ਸਾਲ ਹੋ ਗਏ ਨੇ ਜੀ। ਡਾਕਟਰ ਨਦੀਮ ਨਾਂ ਸੀ? ਜੀ ਡਾਕਟਰ ਨਦੀਮ ਸਿੰਘ। ਰਿਸ਼ਤੇਦਾਰ ਸੀ? ਜੀ ਪਹਿਲੇ ਵੀ ਰਿਸ਼ਤੇਦਾਰ। ਕਿੰਨੇ ਬੱਚੇ ਹੋਏ? ਇਹ ਜੀ 6 ਬੱਚੇ ਸੀ, 2 ਫੌਤ ਹੋ ਗਏ ਸੀ। ਅੱਛਾ। ਉਹ ਵੀ ਉਹਦੀ ਗਲਤੀ ਦੀ ਕਾਰਨ ਤੋਂ ਵਜ੍ਹਾ ਤੋਂ मतलब ਕਿ ਪਹਿਲੇ ਟਾਈਮ ਤੋਂ ਪਹਿਲੇ ਡਿਲੀਵਰੀ ਕਰਵਾ ਦਿੰਦਾ ਸੀ ਤੇ ਉਹ ਤਾਂ ਪਰ ਬੱਚਾ ਫੌਤ ਹੋ ਜਾਂਦਾ ਹੈ। ਅੱਛਾ। ਆਪਰੇਸ਼ਨ ਕਰਵਾ ਦਿੰਦਾ ਸੀ? ਜੀ। ਅੱਛਾ। ਤੇ ਸ਼ਾਦੀ 15 ਸਾਲ ਹੋ ਗਈ ਸੀ? ਜੀ। ਤੇ ਕਦੋਂ ਖਿਆਲ ਆਇਆ ਕਿ ਗਲਤ ਘਰ ਭੈਣ ਵਿਆਹਤੀ? ਬਹੁਤ ਤਾਂ ਤਕਰੀਬਨ 4-5 ਸਾਲ ਬਾਅਦ ਕਿਹੜਾ ਕਦੋਂ ਇਹਨੇ ਜ਼ਿਆਦਾ ਤੰਗ ਕਰਨਾ ਸਾਨੂੰ ਸ਼ੁਰੂ ਕੀਤਾ ਨਾ, ਉਦੋਂ ਤੋਂ ਹੀ ਉਹ ਵੀ मतलब ਕਦੀ ਰਿਸ਼ਤੇਦਾਰਾਂ ਨੂੰ ਵੇਖਣਾ, ਕਦੀ ਇਹਨੇ मतलब ਵੀ ਭੈਣ ਨੂੰ ਸਾਡੀ ਨੂੰ ਕੁੱਟਣਾ ਤੇ ਵਾਪਸ ਆ ਜਾਣਾ। ਫਿਰ ਉਹ ਸਾਡੇ ਵੱਡਿਆਂ ਨੇ ਕਿਹੜਾ मतलब ਵੀ ਭੇਜ ਦੇਣਾ ਵਾਪਸ ਉਹਦੇ ਘਰ ਹੀ। 15 ਸਾਲ ਕਿਸ ਵਜ੍ਹਾ ਤੋਂ ਬਰਦਾਸ਼ਤ ਕਰਦਾ ਰਿਹਾ? ਅਗਰ ਤੂੰ ਜਿਹੜੇ ਇਲਜ਼ਾਮ ਲਾ ਰਿਹਾ ਸੱਚੇ ਨੇ? ਵੱਡੇ मतलब ਕਿ ਵੱਡਿਆਂ ਦੇ ਮੂੰਹ ਨੂੰ ਵੀ ਤਾਂ ਵੇਖਣਾ ਸੀ, ਅੰਮੀ ਅੱਬੂ ਸਾਰਿਆਂ ਦੇ ਮੂੰਹ ਨੂੰ ਵੇਖ ਕੇ ਉਹ ਕਿੱਥੇ ਗਏ ਹੁਣ? ਮੂੰਹ ਉਹਨਾਂ ਦੇ ਕਿੱਥੇ? ਨਹੀਂ ਹੈਗੇ ਦੁਨੀਆ 'ਚ? ਚਲੇ ਗਏ ਨੇ? ਨਹੀਂ ਹੈਗੇ ਨੇ ਜੀ। ਹੈਗੇ ਨੇ? ਜੀ। ਤੇ ਹੁਣ ਕਿਉਂ ਨਹੀਂ ਮੂੰਹ ਵੇਖਿਆ ਉਹਨਾਂ ਦਾ? ਜੋ ਮੈਨੂੰ मतलब ਕਿ ਸਹੀ ਲੱਗਿਆ, ਗੈਰਤ ਨਹੀਂ ਗਵਾਰਾ ਕੀਤੀ ਮੈਂ। ਗੈਰਤ ਕਿਸ ਚੀਜ਼ ਦੀ? ਉਹਨੂੰ ਮਾਰ ਦਿੱਤਾ। ਗੈਰਤ ਇਹਦੇ ਵਿੱਚ ਤਸ਼ੱਦਦ ਦੇ ਵਿੱਚ ਗੈਰਤ ਕਿਸ ਚੀਜ਼ ਦੀ? ਉਹਦੇ ਸਰ मतलब ਕਿ ਉਹ ਜ਼ਨਾ ਕਰਦਾ ਸੀ ਅੱਛਾ। ਤੇ ਸਾਡੇ ਕੋਲੋਂ ਨਹੀਂ ਬਰਦਾਸ਼ਤ ਹੋਇਆ, ਦੁਕਾਨ ਤੇ ਲਿਆ ਕੇ ਕੁੜੀਆਂ मतलब ਵੀ ਕਿਹੜਾ ਕਿਸ ਚੀਜ਼ ਦੀ ਦੁਕਾਨ ਸੀ? ਡਾਕਟਰੀ ਦਾ ਵੀ ਕੰਮ ਕਰਦਾ ਸੀ, ਨਾਲ ਦਵਾਈ ਦਿੰਦਾ ਸੀ। ਅੱਛਾ। ਉਹ ਕੀ ਕਹਾਣੀ ਉਹ ਜਿਹੜੇ ਤੂੰ ਪੈਸੇ ਲਿੱਤੇ ਸੀ ਉਹਦੇ ਕੋਲੋਂ, ਜਿਹਦਾ ਸੂਦ ਦਿੰਦਾ ਸੀ ਤੂੰ? ਉਹ ਸੂਦ ਨਹੀਂ ਸੀ ਸਰ, ਉਹ मतलब ਪ੍ਰਾਫਿਟ ਤੇ ਪੈਸੇ ਉਹਦੇ ਕੋਲੋਂ। ਮੈਂ ਪ੍ਰਾਫਿਟ ਕੀ ਹੁੰਦਾ ਹੈ? 2 ਲੱਖ ਰੁਪਇਆ ਲਿੱਤਾ ਹੋਇਆ ਸੀ ਤੇ ਮੇਰਾ ਸੀਲਿੰਗ ਦਾ ਕਾਰੋਬਾਰ ਹੈ ਤੇ ਉਹ मतलब ਕਿ ਮੈਂ ਉਹਨੂੰ ਪ੍ਰਾਫਿਟ ਦਿੰਦਾ ਹੁੰਦਾ ਸੀ ਉਹਦੇ। ਕਦੋਂ ਲਿੱਤਾ ਸੀ? ਉਹ ਤਕਰੀਬਨ 6 ਮਾਹ ਪਹਿਲੇ ਲਿਆ, 5-6 ਮਾਹ ਪਹਿਲੇ। ਅੱਛਾ। ਤੇ ਉਹਦਾ ਸੂਦ ਕਿੰਨਾ ਦਿੰਦਾ ਸੀ? ਉਹਦਾ 8000 ਰੁਪਏ 8000 ਰੁਪਏ ਇੱਕ ਮਾਹ ਦਾ। ਉਹ ਕਹਿੰਦਾ ਵਧਾ ਦੇ। ਉਹ ਮੈਂ ਜੀ ਉਹਨੂੰ ਆਖਿਆ ਸੀ, ਮੈਂ ਕਿ ਵੀ मतलब ਕਿ ਤੇ ਫਿਰ ਵਜ੍ਹਾ ਤੇ ਇਹ ਹੋਈ ਨਾ, ਤੂੰ ਇਸ ਵਜ੍ਹਾ ਤੋਂ ਕਤਲ ਇਹ ਕੀਤਾ? ਵਜ੍ਹਾ ਹੈਗੀ ਹੋਈ ਨਹੀਂ ਦੀ। ਹੈਂ? ਇਹਦਾ ਕਿੰਨੀ ਵੀ ਬਰਾਦਰੀ ਜਾਂ ਰਿਸ਼ਤੇਦਾਰ ਜਿੰਨਾ ਵੀ ਬੈਠਾ ਨੇ, ਉਹਦੇ ਭਰਾ ਵੀ ਬੈਠੇ ਨੇ, ਇਹ ਹਰ ਬੰਦੇ ਨਹੀਂ ਪਤਾ ਹੈ। ਉਹ ਹੁਣ ਬਾਅਦ ਚ ਜੋ ਕਦੋਂ ਲਿੱਤੇ ਸੀ ਪੈਸੇ? ਉਹ ਤਕਰੀਬਨ 5-6 ਮਾਹ ਪਹਿਲੇ। 5-6 ਮਾਹ ਪਹਿਲੇ। 15 ਸਾਲ ਪਹਿਲੇ ਸ਼ਾਦੀ ਕੀਤੀ, 4-5 ਸਾਲ ਬਾਅਦ ਪਤਾ ਲੱਗ ਗਿਆ ਕਿ ਇਹ ਗਲਤ ਆਦਮੀ ਹੈ। ਜੀ। ਤੂੰ ਹੁਣੀ ਦੱਸਿਆ ਹੈ ਕਿ ਉਹ ਅਜੀਬ ਆਦਮੀ ਸੀ, ਉਹਦੀ ਸ਼ਕਲ ਵੇਖਣੀ ਸੀ, ਉਹ ਵੀ ਵੇਖ ਲਾਂਗੇ। 4 ਬੱਚੇ ਪੈਦਾ ਹੋ ਗਏ ਜੀ। ਤੇ ਫਿਰ 6 ਮਹੀਨੇ ਪਹਿਲੇ ਤੂੰ ਉਹਦੇ ਕੋਲੋਂ 2 ਲੱਖ ਰੁਪਏ ਉਹ ਵੀ ਉਧਾਰ ਲੈ ਲਿਆ। ਇਹ ਕਿਹੜੀ ਗੈਰਤ ਹੈ? ਇਹਦਾ ਜਵਾਬ ਦੇਣਾ ਤੂੰ। ਉਹ ਮੇਰੀ ਸਿਸਟਰ ਨੇ ਲੈ ਕੇ ਦਿੱਤਾ ਸੀ ਮੈਨੂੰ ਕਿ मतलब ਵੀ ਸੇ ਪੈਸੇ ਹੈਗੇ ਨੇ, ਤੂੰ मतलब ਸਾਡੇ ਕੋਲ ਲੈ ਲੈ ਕਾਰੋਬਾਰ ਵਾਸਤੇ। ਮੈਂ ਲੈਂਦਾ ਵੀ ਨਹੀਂ ਪਿਆ ਸੀ, ਉਹਨੇ ਦਵਾਏ ਸੀ ਉਹਦੇ ਕੋਲੋਂ, ਨਦੀਮ ਕੋਲੋਂ ਪੈਸੇ ਕਿ 2 ਲੱਖ ਰੁਪਇਆ मतलब ਵੀ ਲੈ ਲੈ ਤੇ ਕਿਹੜਾ ਨਾ ਸਾਨੂੰ ਪ੍ਰਾਫਿਟ ਦੇ ਦੀ ਕਰ। ਉਹ ਮੈਂ ਨਦੀਮ ਦੇ ਮੂੰਹ ਨੂੰ ਲਿੱਤੇ ਵੀ ਨਹੀਂ ਦੇ। ਅੱਛਾ। ਕਿਹਦੇ ਮੂੰਹ ਨੂੰ ਲਿੱਤੇ? ਮੈਂ ਸਿਰਫ ਭੈਣ ਦੇ ਮੂੰਹ ਨੂੰ ਲਿੱਤੇ ਸੀ। ਤੇ ਲਿੱਤੇ ਕਿਹਦੇ ਕੋਲੋਂ ਹੈ? ਉਹਨੇ ਲੈ ਕੇ ਦਿੱਤੇ ਨੇ। ਉਸੇ ਹੀ ਬੰਦੇ ਕੋਲੋਂ ਜਿਹਨੂੰ ਗੈਰਤ ਗਵਾਰਾ ਨਹੀਂ ਕਰ ਰਹੀ ਸੀ। ਉਹਦੇ ਕੋਲ ਪੈਸੇ ਲੈਣ ਵਾਸਤੇ ਗੈਰਤ ਹੈਗੀ ਹੈ ਤੇਰੇ ਕੋਲ? ਮੇਰੇ ਵੱਲ ਵੇਖ। ਉਹ ਕਾਰੋਬਾਰ ਵਾਸਤੇ ਸਰ ਲੈਣ, ਮੈਂ ਫ੍ਰੀ ਨਹੀਂ ਲੈ। ਹਾਂ। ਤੇ ਕਾਰੋਬਾਰ ਕਰੀਦਾ ਗਲਤ ਬੰਦਿਆਂ ਨਾਲ, ਜਾਂ ਤੂੰ ਇਲਜ਼ਾਮ ਲਾ ਰਿਹਾ। ਹੁਣ ਤੇ ਕਤਲ ਹੋ ਗਿਆ, ਉਹਦੇ ਨੂੰ ਪੁੱਛ ਵੀ ਨਹੀਂ ਸਕਦੇ ਨਾ। ਹੁਣ ਤੇਰੀ ਗੱਲ ਹੀ ਹੈ। ਤੇ ਭਰਾਵਾਂ ਨੂੰ ਜਾਂ ਦੂਸਰਿਆਂ ਨੂੰ ਤਾਂ ਪਤਾ ਹੀ ਹੈ ਨਾ ਮਦਈਆਂ ਨੂੰ मतलब ਵੀ ਕੀ ਹੈਗਾ ਸੀ ਤੇ ਕੀ ਨਹੀਂ ਹੈ। नाज़रीन, इस वक्त हम कंगनपुर के नवाही गांव डुट्टे में मौजूद हैं, जहां का मकतूल जो डॉक्टर नदीम है वो यहाँ का रिहायशी था। उनके भाई और अहले इलाका भी मौजूद हैं। इन्हीं की ज़ुबानी जानते हैं कि इनके भाई को क्यों कत्ल कर दिया गया। बड़ा अफसोसनाक वाक़या है जी। ਕਿੰਜ ਇਤਲਾਹ ਮਿਲੀ ਤੁਹਾਨੂੰ ਤੁਹਾਡੇ ਭਾਈ ਨੂੰ ਕਤਲ ਕਰ ਦਿੱਤਾ? ਜਿਹਨੇ ਮਾਰਿਆ ਉਹਨੇ ਆਪਦੀ ਭੈਣ ਨੂੰ ਫੋਨ ਕੀਤਾ ਵੀ ਭਾਨ ਸੀ ਨਾਲ ਗੱਲ ਕਰਾਓ ਜੀ, ਡਾਕਟਰ ਦਾ ਕਤਲ ਹੋ ਗਿਆ। ਉਹ ਮੁਲਜ਼ਮ ਜਿਹੜਾ ਹੈ ਉਹ ਇਲਜ਼ਾਮ ਲਾਉਂਦਾ ਤੁਹਾਡੇ ਭਾਈ ਤੇ ਕਿ ਉਹ ਆਪਣੀ ਬੀਵੀ ਨੂੰ ਬੜਾ ਟੌਰਚਰ ਕਰਦਾ ਸੀ। ਹੋਰ ਵੀ ਮਾਮਲਾ ਤਾਂ ਇਹੋ ਜਿਹੇ ਦੂਸਰੇ ਇਲਜ਼ਾਮਾਤ ਵੀ ਲਾਉਂਦਾ ਹੈ। ਇਹਦੇ ਵਿੱਚ ਕੋਈ ਹਕਾਇਕ ਹੈਗਾ? ਨਹੀਂ, ਸਾਰਿਆਂ ਦੇ ਵਿੱਚ ਕੋਈ ਨਹੀਂ, ਸਭ ਝੂਠ ਮਾਰਦਾ ਪਿਆ, ਬੇਇੱਜ਼ਤ ਕਰਦਾ ਪਿਆ ਸਾਡੇ ਭਰਾ ਨੂੰ। ਆ ਪਿੰਡ ਵਾਲੇ ਖਲੇ ਨੇ, ਇਹਨਾਂ ਕਿਸੇ ਨੂੰ ਪੁੱਛ ਸਕਦਾ ਜੀ, ਮਹੱਲੇ ਵਾਲੇ ਨੇ, ਦੁਕਾਨਦਾਰੀ ਉੱਥੇ ਤੋਂ ਦੁਕਾਨ ਤੇ ਲੈ ਚੱਲਨੇ, ਉਹ ਸਾਰਿਆਂ ਨੂੰ ਪੁੱਛ ਲਿਆ ਜੀ ਵੀ ਉਹਦਾ ਕੀ ਕਰੈਕਟ ਸੀ ਕੀ ਨਹੀਂ ਸੀ।
ਤੁਹਾਨੂੰ ਸਾਰੇ ਦੱਸਾਂ ਦੇ ਝੂਠ ਇਲਜ਼ਾਮ ਲਾਈ ਜਾਂਦਾ ਪਹਿਲੇ ਵੀ ਕੋਈ ਲੜਾਈ ਝਗੜਾ ਹੁੰਦਾ ਸੀ, ਕੋਈ ਮਾਰ ਕੁਟਾਈ, ਕੋਈ ਟੌਰਚਰ ਕੋਈ ਨਹੀਂ ਹੁੰਦਾ ਸੀ ਜੀ। ਜੇ ਹੁੰਦਾ ਤੇ ਮਹੱਲੇ ਵਾਲੇ ਸਾਰੇ ਦੱਸਣਾ, ਮੈਂ ਨਾਲ ਰਹਿਣਾ, ਮੈਨੂੰ ਪਤਾ ਸੀ। ਸ਼ਾਦੀ ਕਿੰਨਾ ਅਰਸਾ ਪਹਿਲੇ ਹੋਈ ਸੀ? ਸ਼ਾਦੀ ਹੋਈ ਸੀ 14 ਜਾਂ 15 ਸਾਲ ਹੋ ਗਏ। 15 ਸਾਲ ਤੇ 4 ਬੱਚੇ ਵੀ? 4 ਬੱਚੇ, ਛੋਟੇ ਬੱਚੇ ਨੇ ਜੀ, ਛੋਟੇ। ਹੁਣ ਸਾਡਾ ਇਹਦੇ ਕੀ ਕਹਿਣਾ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਨਸਾਫ ਮਿਲਣਾ ਚਾਹੀਦਾ। ਮੁਲਜ਼ਮਾਨ ਤੇ ਇਹ ਸਿਰਫ 2 ਗ੍ਰਿਫਤਾਰ ਹੋਏ ਆ, ਜਿਹਦੇ ਵਿੱਚ ਇੱਕੋ ਸਾਲਾ ਹੈ ਤੇ ਨਾਲ ਉਹਦਾ ਮੁਲਾਜ਼ਮ ਹੈ। ਤੁਹਾਡੇ ਮੁਤਾਬਕ ਉਹਦੀ ਬੀਵੀ ਵੀ ਇਹਦੇ ਵਿੱਚ ਇਨਵੋਲਵ ਹੈ, ਉਹਦੇ ਕਹਿਣ ਤੇ ਕਤਲ ਕੀਤਾ ਗਿਆ? ਹਾਂਜੀ। ਤੇ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਹੁਣ ਤੱਕ? ਉਹਦਾ ਜੀ ਨਾਮ ਹੱਥ ਹੈ, ਉਹ ਵੀ ਆਪੇ ਲੈ ਜਾਂਦੇ ਹੁਣ ਫੜ ਕੇ ਪੁਲਿਸ ਵਾਲੇ। ਸਹੀ ਹੈ। ਇਹ ਕਿੱਥੇ ਹੈ ਉਹਦੀ? ਘਰ ਹੈ ਜੀ, ਤੁਹਾਡੇ ਕੋਲ ਹੀ ਰਹਿ ਰਹੀ ਹੈ? ਸਾਡੇ ਕੋਲ ਜਿਹੜੇ ਪੈਸੇ ਗਏ ਡਾਕਟਰ ਦੇ 4-5 ਲੱਖ ਰੁਪਈਆ ਉਹਨੇ ਉਸੇ ਦਿਨ ਹੀ ਉਹਨਾਂ ਨੇ ਆਦਾ ਦੇ ਪਿੱਛਾ ਤੋੜ ਦਿੱਤਾ, ਪਿੱਛੇ ਪਜਾਤਾ। ਉਹ ਹੀ ਪੈਸੇ ਲਾਉਂਦੇ ਪੈਣੇ ਉੱਤੇ। ਅਸੀਂ ਗਰੀਬ ਬੰਦੇ ਆ, ਦਿਹਾੜੀ ਮਿਹਨਤ ਕਰਨ ਵਾਲੇ ਆ, ਸਾਡੇ ਕੋਲ ਪੈਸਾ ਨਹੀਂ ਹੈਗਾ। ਉਹ ਪੈਸਾ ਇੱਥੋਂ ਹੀ ਜਾ ਕੇ ਉਹ ਲਾਈ ਜਾ ਰਹੇ ਨੇ, ਉਹਨਾਂ ਨੂੰ ਟੈਨਸ਼ਨ ਕੋਈ ਨਹੀਂ। ਅਗਰ ਉਹ ਕਤਲ 'ਚ ਮੁਲਵਿਸ ਹੈ ਤਾਂ ਤੁਹਾਡੇ ਘਰ 'ਚ ਕਿਉਂ ਰਹਿ ਰਹੀ ਹੈ? ਸਾਡੇ ਘਰ 'ਚ ਹੁਣ ਮੈਂ ਮਜਬੂਰ ਹਾਂ ਜੀ, ਮੈਂ ਕੀ ਕਰ ਸਕਦਾ ਜੀ। ਮੇਰੇ ਗੱਲ ਪੈਂਦੀ ਹੈ, ਮੇਰਾ ਪਰਚਾ ਕਰਵਾਉਣ ਚੱਲੀ ਸੀ ਵੀ ਮੈਨੂੰ ਇਹਨੇ ਇੰਜ ਕੀਤਾ। ਮੈਂ ਡਰਦਾ ਉਹ ਘਰ ਨਹੀਂ ਜਾਂਦਾ ਪਿਆ। ਦੁਆਰ ਨਾਲ ਅਲੱਗਾ ਘਰ ਹੈ ਤੁਹਾਡੇ ਭਾਈ ਦਾ? ਦੁਆਰ ਹੋਈ ਉਹ ਮੇਰਾ ਪਰਚਾ ਕਰਾਉਣ ਚੱਲੀ ਸੀ ਵੀ ਇਹਨੇ ਮੇਰੇ ਨਾਲ ਜਾਤੀ ਕੀਤੀ, ਇਹਨੇ ਕੀਤਾ। नाज़रीन, इस वक्त हमारे साथ SHO कंगनपुर आबिद महमूद छीना साहब मौजूद हैं। उन्हीं की ज़ुबानी जानते हैं कि उन्होंने एक कत्ल की वारदात को किस तरह से बेनकाब किया और असल मुल्ज़मान तक वो किस तरह से पहुँचे। बहुत शुक्रिया आबिद साहब, आपने वक्त दिया। इल्ज़ाम लगा रहा है मकतूल पर कि उसके मरासिम थे जिसकी वजह से ये सब कुछ उसने किया। फिर उससे ये भी पूछा गया कि अगर सारे मामला थे तो तुमने उससे पैसे भी लिए, फिर एक शादी नहीं बल्कि 2 बहनों की एक ही ख़ानदान में शादी की हुई है, तो उसके बाद उसके पास कोई जवाब नहीं था। असल में वो जो कहानी वो तो गैरत पे ये सारा मामला डाल रहा है। आपकी तफ्तीश क्या कहती है? सर थैंक यू सो मच, वेलकम टू द पुलिस स्टेशन कंगनपुर। एग्जैक्टली आपने बड़ा खूबसूरत जो है ब्यूटीफुली उस पॉइंट को पिन पॉइंट कर लिया, ग्रैस्प कर लिया जो मैं बताने वाला हूँ। एग्जैक्टली ऐसा है कि फर्स्ट ऑफ ऑल तो 2 बहनों की शादी एक घर में हुई है। सही। अगर पहला जो उनका बहन हुई है उसको ही वॉज करेक्टरलेस, तो हाउ इज इट पॉसिबल कि उन्होंने दूसरी बहन का रिश्ता वहाँ पे दे दिया उस घर में। सेकेंडली, अगर वो करेक्टरलेस था तो उसके अल्हम्दुलिल्लाह 4 बच्चे हैं। सही। इस खातून में से, उसके इस मर्द में से जो डॉक्टर नदीम है, इसमें से 4 बच्चे हैं। बिल्कुल। थर्डली, 15 साल हो गए शादी यस, को। अगर मकतूल जो है डिसीज जो है वो करेक्टरलेस था तो इनकी इतनी, देखिए जहाँ पे इंसान लेन देन करता है, जहाँ से ख़ासतौर पे कर्जे में रकम लेता है, ऑब्वियसली वहाँ पे आपका एक आइडियल जो है रिलेशन ट्रस्ट होती है। म्यूचुअल ट्रस्ट होता है। फिर आप जो है 8, 10 या 4, 6 लाख किसी को देते हैं। सही। वो 2 लाख कहता है। Yes. ये 2 लाख अमाउंट थी कि 7-8? Whatever the amount was, that is not the question. ठीक है। अब क्वेश्चन इसमें ये है कि उनका चूंकि ट्रस्ट बिल्डिंग थी, एक आपस में ग्रीन रिलेशनशिप था, एक आपस में कंफर्ट जोन था, तो ट्रांजैक्शन हुई थी, उन्होंने पैसे दिए, अदरवाइज वो उनको पैसे नहीं देते। बिल्कुल। अब अगर उसकी गैरत का मामला था, अगर वो ये कहता है कि पिछले 6-8 साल से इसके जो है एक्स्ट्रा मैट्रिमोनियल रिलेशंस थे, ये सेक्सुअली करप्ट था, बिल्कुल। मतलब जो इल्ज़ाम लगा रहा है, कातिल की तरफ से एक्यूजेशंस जो है रेज की गई हैं कि मकतूल जो है वो करेक्टरलेस था, वो मेरी बहन पे तशद्दुद करता था। तो हाउ इज इट पॉसिबल कि इफ़ समवन इज़ करेक्टरलेस, तो फिर उसके 4 बच्चे हैं और वो फिर जो है अपने साले के साथ उसके जो है इतना क्लोज बॉन्डिंग है, वो उससे पैसे भी उधार ले रहा है, उसको फिश पार्टी भी कर रहा है, उसको मंथली ट्रांजैक्शंस भी कर रहा है। तो ये सिर्फ अनफॉर्चुनेटली हमारी सोसाइटी का वो एलिमेंट है कि अपने जो जुर्म को हाइड करने के लिए हम अनफॉर्चुनेटली सम सिचुएशंस में सहारा ले लेते हैं करैक्टर असैसिनेशन का, और सम सिचुएशंस में हम मज़हब का सहारा ले लेते हैं। ये अक्सर औकात ही केसेस में होता है। गैरत के नाम पर कत्ल करने के बाद बड़े फ़ख्र के साथ अक्सर औकात मुल्ज़मान जो है वो कहते हैं हमने ये कत्ल की वारदात गैरत की वजह से की है। तो ऐसे केसेस आपने पहले भी काफ़ी ऑब्वियसली ऐसे केसेस रिपोर्ट होते रहते हैं। ये गैरत वगैरह वाले, इंसान की गैरत भी वैसे भी ये नहीं होती। इंसान की गैरत ये होती है कि वो राइट चीज़ के लिए एट द राइट टाइम खड़ा हो। सही। ये गैरत नहीं है कि आप अपनी पसंद के अपने अंदाज से फैसले करें और उन पर गैरत का झंडा लहरा दें। बिल्कुल। ये नहीं है। इसमें बेसिकली फाइनेंशियल जो साइड जो है डोमिनेंट थी, और फाइनेंशियल जो रुपए की हवस है उसने रिश्तों को। कतल होया मदई आ बनता पिया सी, मदई बन गया ਜਦੋਂ ਇੱਥੋਂ ਨਸ ਗਿਆ, ਗਾਇਬ ਹੋ ਗਿਆ। ਮਦਈ ਤੇ ਨਹੀਂ ਬਣਿਆ, ਮਦਈ ਬਣਦਾ ਸੀ। ਉਹ ਅਸੀਂ ਮਨਾ ਕੀਤਾ ਵੀ ਤੂੰ ਮਦਈ ਨਹੀਂ ਬਣ ਸਕਦਾ, ਮੈਂ ਬਣਾਦਾ, ਮੈਂ ਉਹਦਾ ਭਰਾ। ਉਸ ਤੋਂ ਬਾਅਦ ਜੀ ਉਹ ਨਸ ਗਿਆ, ਇੱਥੋਂ ਗਾਇਬ ਹੋ ਗਿਆ। ਤੇ ਘਰਦਿਆਂ ਨੇ ਆਖਿਆ ਜੀ ਉਹ ਗਵਾਹ ਹੋ ਗਿਆ। ਦੋਵੇਂ ਮੁੰਡੇ ਜਿਹੜੇ ਫੜੀਚਾ ਇੱਕੋ ਤੇ ਕੇ ਗਵਾਹ ਹੋ ਗਿਆ ਜੀ, ਗਵਾਹ ਹੋ ਗਿਆ। ਉਹ ਜੀ ਸਾਨੂੰ ਜੀ
ਫੋਨ ਆਇਆ ਥਾਣੇ ਚੋਂ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਦੇ ਪਏ ਸੀ ਸਾਰੀ ਸਾਨੂੰ ਪਤਾ ਹੁੰਦਾ ਤੇ ਅਸੀਂ ਤੁਹਾਨੂੰ ਦੱਸ ਦਿੰਦੇ ਸਹੀ ਪਲੈਨਿੰਗ ਕੀ ਕੀਤੀ ਸੀ ਅਸਲ ਦੇ ਵਿੱਚ ਕਿ ਕੀ ਇਨਸ਼ੋਰ ਕੋਈ ਕਰਾਂਗੇ ਸਰ- ਡਾਕੂ ਮਾਰ ਗਏ ਜਾਂ ਮੋਟਰਸਾਈਕਲ ਦੇ ਉੱਤੇ ਡਿੱਗਿਆ ਪਿਆ ਜੀ ਸੀ ਜੀ ਪਲਾਨਿੰਗ ਮਤਲਬ ਵੀ ਕਿਹੜਾ ਬਾਅਦ ਚ ਇਹ ਜੀ ਸ਼ੋਅ ਹੋਣਾ ਸੀ। अब जो है ऑन द 6th डे ऑफ मर्डर ऑफ डॉक्टर नदीम एक ऐसी जो है ड्रामाई सूरत ऐसी डेवलपमेंट हुई जिससे मुझे कंफर्म हो गया कि व्हाट आई एम थिंकिंग अबाउट द क्राइम सीन एंड मर्डर ऑफ डॉक्टर नदीम दैट इज़ ट्रू। ਕਦੋਂ ਕੀਤੀ ਅਸਲ ਵਜ੍ਹਾ ਕੀ ਬਣੀ ਕਤਲ ਕਰਨ ਦੀ ਮੇਰੇ ਵੱਲ ਵੇਖਣਾ ਪਲੈਨਿੰਗ ਸਾਰਾ ਸਾਡੀ ਕੋਈ ਪਲੈਨਿੰਗ ਨਹੀਂ ਹੈਗੀ ਸੀ ਵੀ ਪਲੈਨਿੰਗ ਨਾਲ ਮਤਲਬ ਵੀ ਮਾਰਨਾ ਇਹਨੂੰ, ਉਵੇਂ ਤਾਂ ਸਾਡਾ ਕੋਈ ਇਰਾਦਾ ਨਹੀਂ ਹੈਗਾ ਸੀ ਮਤਲਬ ਪਲੈਨਿੰਗ ਵਾਲਾ। ਬਸ ਅਚਾਨਕ ਹੀ ਕਿਹੜਾ ਕਦੋਂ ਸੋਚ ਲਿਆ ਤੂੰ ਬਸ ਕਿਦਨ ਮਾਰਿਆ ਜੀ, ਕਦੋਂ ਮਤਲਬ ਕਿਦਨ ਮਾਰਿਆ 19 ਤਰੀਕ ਵਾਲੇ ਦਿਨ। ਹਾਂ ਉਸੇ ਦਿਨ ਸੋਚੇ ਉਸੇ ਦਿਨ ਸੋਚਿਆ, ਉਦੋਂ ਹੀ ਸਿਰਫ ਮਤਲਬ ਉਹ ਆਇਆ ਸੀ ਖਾਣਾ ਖਾਣ ਵਾਸਤੇ ਠੀਕ ਅੱਛਾ ਤੇ ਵਾਪਸ ਹੀ ਤੇ ਅਸੀਂ ਉਹਦੇ ਨਾਲ ਮਤਲਬ ਮੈਂ ਤੇ ਤਨਵੀਰ ਉਹਦੇ ਨਾਲ ਹੀ ਬਹਿ ਗਏ ਤੇ ਅਸੀਂ ਰਾਸਤੇ ਵਿੱਚ ਜਾ ਕੇ ਉਹਨੂੰ ਫਾਇਰ ਮਾਰ ਦਿੱਤੇ। ਉਹ ਸੋਚਿਆ ਨਹੀਂ ਸੀ ਤੂੰ ਨਹੀਂ ਪਿਸਤੌਲ ਕਿੱਥੋਂ ਉੱਡ ਕੇ ਆਈ ਤੇਰੇ ਕੋਲ ਨਹੀਂ ਪਿਸਤੌਲ ਮੇਰੇ ਕੋਲ ਪਹਿਲੇ ਹੈਗੀ ਸੀ ਤਕਰੀਬਨ 6-7 ਮਾਹ ਤੋਂ। ਤੇ